करे करावे आपे आप मानस के किश नाही हाथ। प्यारे साथियों, मेरा नाम इंद्रजीत सिंह। मैं 45 साल कुदरती इलाज की खोज की। ਪਹਿਲਾਂ ਇਹ ਮੇਰਾ ਸ਼ੌਂਕ ਸੀ। ਜਦੋਂ ਮੈਂ 10-12 ਸਾਲ ਦਾ ਸਾਂ ਉਦੋਂ ਪੇਟ ਵਿੱਚ ਵੱਟ ਵਗੈਰਾ ਬਹੁਤ ਪੈਂਦੇ ਹੁੰਦੇ ਸਨ। ਪੇਟ ਬਹੁਤ ਖਰਾਬ ਰਹਿੰਦਾ ਸੀ। ਫਿਰ 15-16 ਸਾਲ ਦੀ ਉਮਰ ਵਿੱਚ ਨਜ਼ਲਾ ਜ਼ੁਕਾਮ ਵੀ ਬਹੁਤ ਰਹਿਣ ਲੱਗ ਪਿਆ। ਮਹੀਨੇ ਵਿੱਚੋਂ 20 ਦਿਨ ਨਜ਼ਲਾ ਅਤੇ ਬਲਗਮ ਬਹੁਤ ਜ਼ਿਆਦਾ ਨਿਕਲਦੀ। ਬਹੁਤ ਦਵਾਈਆਂ ਖਾਧੀਆਂ ਅਤੇ ਇਲਾਜ ਕਰਵਾਇਆ, ਪਰੰਤੂ ਠੀਕ ਹੋਣ ਵਿੱਚ ਨਾ ਆਵੇ। ਚੰਡੀਗੜ੍ਹ PGI ਵਿੱਚ ਡਾਕਟਰਾਂ ਨੇ TB ਦੱਸੀ। ਇਸੇ ਦੌਰਾਨ ਇੱਕ ਦੇਸੀ ਦਵਾਈ ਜਾਣਨ ਵਾਲਾ, ਜਿਸ ਦਾ ਨਾਮ ਸਰਦਾਰ ਦਲੀਪ ਸਿੰਘ ਸੀ, ਜੋ ਸੰਤ ਬਾਬਾ ਸ਼ਾਦੀ ਸਿੰਘ ਜੀ ਦੇ ਨਾਲ ਸਾਡੇ ਘਰ ਆਇਆ। ਉਸਨੇ ਮੈਨੂੰ ਦੇਸੀ ਦਵਾਈ ਦਿੱਤੀ, ਜਿਸ ਨਾਲ ਮੇਰਾ ਨਜ਼ਲਾ ਜ਼ੁਕਾਮ ਅਤੇ ਬਲਗਮ ਠੀਕ ਹੋ ਗਈ। ਉਸ ਦਿਨ ਤੋਂ ਮੇਰਾ ਵਿਸ਼ਵਾਸ ਦੇਸੀ ਦਵਾਈਆਂ 'ਤੇ ਹੋ ਗਿਆ। ਫਿਰ ਮੈਂ ਦੇਸੀ ਦਵਾਈਆਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੋਈ ਸਿਹਤ ਸੰਬੰਧੀ ਮੁਸ਼ਕਲ ਆਉਂਦੀ, ਕਿਤਾਬਾਂ ਪੜ੍ਹ ਕੇ ਠੀਕ ਕਰ ਲੈਂਦਾ। ਸਿਹਤ ਠੀਕ ਹੋਣ ਲੱਗ ਪਈ। ਹਕੀਮਾਂ ਦੀਆਂ ਕਿਤਾਬਾਂ, ਜੜੀਆਂ ਬੂਟਿਆਂ ਦੀ ਤਸੀਰ, ਖੁਰਾਕ ਦੀ ਤਸੀਰ, ਮੌਸਮ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਭਾਵ ਦੇਸੀ ਦਵਾਈ, ਹਕੀਮਾਂ ਅਤੇ ਬਿਮਾਰੀਆਂ ਦੀ ਕੋਈ ਵੀ ਕਿਤਾਬ ਹੋਵੇ ਪੜ੍ਹਨੀ। ਇਹ ਪੜ੍ਹਨ ਨਾਲ ਗਿਆਨ ਵਿੱਚ ਬਹੁਤ ਵਾਧਾ ਹੋਇਆ। ਫਿਰ ਮੈਨੂੰ ਬੈਕ ਪੇਨ ਹੋ ਗਈ। ਇਸ ਦਾ ਵੀ ਇਲਾਜ ਮੈਂ ਖੁਦ ਕਰ ਲਿਆ। ਨਜ਼ਲੇ ਜ਼ੁਕਾਮ ਦੀ ਖੋਜ ਨੂੰ 20-22 ਸਾਲ ਲੱਗੇ। ਨਜ਼ਲੇ ਦਾ ਕਾਰਨ, ਇਲਾਜ ਅਤੇ ਬਚਾਓ ਸਭ ਲੱਭ ਲਏ। ਪਿਛਲੇ 25 ਸਾਲ ਤੋਂ ਮੈਨੂੰ ਕਦੇ ਨਜ਼ਲਾ ਨਹੀਂ ਹੋਇਆ। ਜੇ ਕਦੀ ਨਜ਼ਲੇ ਦੇ ਸਿੰਪਟਮ ਆ ਜਾਣ, ਤੁਰੰਤ ਠੀਕ ਕਰ ਲੈਣ। ਇਸੇ ਤਰ੍ਹਾਂ ਬੈਕ ਪੇਨ ਦਾ ਕਾਰਨ, ਇਲਾਜ ਅਤੇ ਬਚਾਓ ਦਾ ਤਰੀਕਾ ਲੱਭ ਲਿਆ ਅਤੇ ਬਹੁਤ ਮਰੀਜ਼ਾਂ 'ਤੇ ਕਰਕੇ ਦੇਖ ਚੁੱਕਿਆ ਹਾਂ। ਇਤਨਾ ਪੜ੍ਹਨ ਅਤੇ ਪ੍ਰਯੋਗ ਕਰਕੇ ਦੇਖਣ ਤੋਂ ਬਾਅਦ ਮਨੁੱਖ ਦੇ ਸਰੀਰ ਦੀ ਸਮਝ ਆਉਣ ਲੱਗ ਪਈ ਕਿ ਰੱਬ ਨੇ ਮਨੁੱਖ ਤੇ ਸ੍ਰਿਸ਼ਟੀ ਕਿਸ ਤਰ੍ਹਾਂ ਬਣਾਈ। 84 ਲੱਖ ਜੀਵਾਂ ਵਿੱਚੋਂ ਮਨੁੱਖ ਨੂੰ ਛੱਡ ਕੇ ਬਾਕੀ ਜੀਵ ਕਿਸ ਤਰ੍ਹਾਂ ਬਿਨਾਂ ਕਿਸੇ ਡਾਕਟਰ ਜਾਂ ਹਕੀਮ ਤੋਂ ਤੰਦਰੁਸਤ ਰਹਿੰਦੇ ਹਨ। ਕੁਝ ਬਿਮਾਰੀਆਂ ਦੇ ਕਾਰਨ ਠੀਕ ਕਰਨ ਅਤੇ ਬਚਾਓ ਦੇ ਤਰੀਕੇ ਲੱਭਣ ਨਾਲ ਕਾਫੀ ਖੁਸ਼ੀ ਹੋਈ। ਮੈਂ ਇੱਕ ਕਿਤਾਬ ਡਾਕਟਰ ਤਰਲੋਕ ਸਿੰਘ ਜੀ ਦੀ ਪੜ੍ਹੀ। ਡਾਕਟਰ ਤਰਲੋਕ ਸਿੰਘ ਜੀ ਨੂੰ TB ਹੋ ਗਈ ਸੀ। ਉਹਨਾਂ ਨੇ TB ਦਾ ਇਲਾਜ ਆਪ ਕੀਤਾ, ਜਿੱਥੋਂ ਉਹਨਾਂ ਦੀ ਹਕੀਮੀ ਦੀ ਸ਼ੁਰੂਆਤ ਹੋਈ। ਇਤਨੇ ਤਜਰਬੇ ਕਰਨ ਅਤੇ ਪੜ੍ਹਨ ਨਾਲ ਮਨ ਵਿੱਚ ਪੜ੍ਹਾਈ ਲਈ ਹੋਰ ਵੀ ਉਤਸ਼ਾਹ ਪੈਦਾ ਹੋ ਗਿਆ ਕਿ ਕੋਈ ਕੁਦਰਤੀ ਇਲਾਜ ਦੀ ਪੜ੍ਹਾਈ ਕੀਤੀ ਜਾਵੇ। ਮੈਂ ਫਿਰ 3 ਸਾਲ ਦਾ ਕੁਦਰਤੀ ਇਲਾਜ ਦਾ ਇੱਕ ਡਿਪਲੋਮਾ ਕੈਨੇਡਾ ਵਿੱਚ ਕੀਤਾ। ਇਸ ਨਾਲ ਕੁਦਰਤੀ ਇਲਾਜ ਵਿੱਚ ਵਿਸ਼ਵਾਸ ਹੋਰ ਵੀ ਵੱਧ ਗਿਆ। ਇਸ ਕੋਰਸ ਵਿੱਚ ਬਹੁਤ ਸਾਰੇ ਹੈਲਥ ਕੇਅਰ ਸਿਸਟਮਾਂ ਬਾਰੇ ਪੜ੍ਹਿਆ। ਹਰ ਇੱਕ ਹੈਲਥ ਕੇਅਰ ਸਿਸਟਮ ਦਾ ਇਲਾਜ ਕਰਨ ਦਾ ਤਰੀਕਾ ਵੱਖਰਾ ਹੈ। ਸਭ ਸਿਸਟਮਾਂ ਨੂੰ ਪੜ੍ਹ ਕੇ ਉਹਨਾਂ ਨੂੰ ਸਮਝ ਕੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਕਰਦੇ ਕਰਦੇ ਕੁਦਰਤ ਦੇ ਭੇਤਾਂ ਦੀ ਸਮਝ ਆਉਣ ਲੱਗ ਪਈ ਕਿ ਪਰਮਾਤਮਾ ਨੇ ਇਹ ਸਭ ਵਿਧੀ ਵਿਧਾਨ ਕਿਸ ਤਰ੍ਹਾਂ ਬਣਾਇਆ। ਇਨਸਾਨ ਨੂੰ ਇਤਨੀਆਂ ਬਿਮਾਰੀਆਂ ਕਿਉਂ ਲੱਗਦੀਆਂ ਹਨ ਅਤੇ ਜਾਨਵਰਾਂ ਨੂੰ ਕਿਉਂ ਨਹੀਂ। ਇਤਨਾ ਪੜ੍ਹਨ ਅਤੇ ਅਭਿਆਸ ਤੋਂ ਬਾਅਦ ਮਨ ਆਤਮਿਕ ਗਿਆਨ ਵੱਲ ਜਾਣ ਲੱਗ ਪਿਆ ਕਿ ਮਨੁੱਖ ਕੁਦਰਤ ਤੋਂ ਬਹੁਤ ਦੂਰ ਚਲਾ ਗਿਆ ਹੈ, ਜਿਸ ਕਰਕੇ ਬਿਮਾਰੀਆਂ ਦਾ ਵਾਧਾ ਹੋਇਆ। ਜਾਨਵਰ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ, ਜਿਸ ਕਰਕੇ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ। ਪਰਮੇਸ਼ਰ ਤੋਂ ਭੁੱਲਿਆ ਵਿਆਪਨ ਸਭੇ ਰੋਗ। ਮਨ ਨੂੰ ਅੰਦਰੂਨੀ ਖੋਜ ਨੇ ਦੱਸ ਦਿੱਤਾ ਕਿ ਜਿਸ ਤਰੀਕੇ ਨਾਲ ਮੈਂ ਇਲਾਜ ਕਰਦਾ ਹਾਂ, ਉਹ ਤੰਦਰੁਸਤੀ ਦੀ ਕੁੰਜੀ ਹੈ, ਭਾਵ ਇਮਿਊਨ ਸਿਸਟਮ। ਹੁਣ ਮੈਂ ਮਰੀਜ਼ਾਂ ਨੂੰ ਇਸੇ ਤਰੀਕੇ ਦੇ ਮੁਤਾਬਿਕ ਦਵਾਈ ਦਿੰਦਾ ਹਾਂ। ਮਹਾਰਾਜ ਦੀ ਬਖਸ਼ਿਸ਼ ਸਦਕੇ ਮੈਨੂੰ ਇਲਾਜ ਕਰਨ ਵਿੱਚ ਕਦੇ ਨਿਰਾਸ਼ਤਾ ਨਹੀਂ ਹੋਈ। ਮੈਂ ਸਿੱਖ ਪੈਥੀ ਨਾਲ ਬੜੇ ਗੰਭੀਰ ਰੋਗੀ ਵੀ ਠੀਕ ਕਰਕੇ ਦੇਖ ਚੁੱਕਿਆ ਹਾਂ। ਜਦੋਂ ਮੈਨੂੰ ਇਤਨੀ ਸਫਲਤਾ ਮਿਲੀ ਤਾਂ ਮੇਰੇ ਅੰਦਰ ਫੁਰਨੇ ਆਉਣ ਲੱਗ ਪਏ ਕਿ ਤੂੰ ਇੱਕ ਨਵਾਂ ਹੈਲਥ ਕੇਅਰ ਸਿਸਟਮ ਬਣਾ, ਕਿਉਂਕਿ ਸਿੱਖ ਪੈਥੀ ਰਾਹੀਂ ਇਲਾਜ ਕਰਨ ਦਾ ਤਰੀਕਾ ਪੂਰਨ ਕੁਦਰਤੀ ਅਤੇ ਵੱਖਰਾ ਹੈ, ਜੋ ਕਿਸੇ ਹੋਰ ਸਿਸਟਮ ਵਿੱਚ ਨਹੀਂ ਸਮਾ ਸਕਦਾ। ਸੰਸਾਰ ਵਿੱਚ 62 ਦੇ ਕਰੀਬ ਹੈਲਥ ਕੇਅਰ ਸਿਸਟਮ ਹਨ, ਜਿਨ੍ਹਾਂ ਦੀ ਲਿਸਟ ਦਿੱਤੀ ਗਈ ਹੈ। ਦਾਸ ਮਹਾਰਾਜ ਦੇ ਹੁਕਮ ਨਾਲ 63ਵਾਂ ਹੈਲਥ ਕੇਅਰ ਸਿਸਟਮ, ਜਿਸ ਦਾ ਨਾਮ ਸਿੱਖ ਪੈਥੀ ਹੈ, ਬਣਾਉਣਾ ਚਾਹੁੰਦਾ ਹੈ। ਸੰਸਾਰ ਵਿੱਚ ਮਨੁੱਖ ਹੀ ਇੱਕ ਇਹੋ ਜਿਹਾ ਜੀਵ ਹੈ ਜੋ ਆਪਣੇ ਬੱਚਿਆਂ ਨੂੰ ਪੂਰਨ ਜੀਵਨ ਜਾਂਚ ਸਿਖਾਉਣ ਵਿੱਚ ਅਸਫਲ ਰਿਹਾ ਹੈ। ਸਿੱਖ ਪੈਥੀ ਮਨੁੱਖ ਦੀ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ। ਮੈਂ ਸਿੱਖ ਪੈਥੀ ਦੀ ਪਹਿਲੀ ਡੂ ਇਟ ਯੋਰਸੈਲਫ DVD ਬੱਚਿਆਂ ਦੇ ਦਮੇ ਉੱਤੇ ਬਣਾਉਣ ਜਾ ਰਿਹਾ ਹਾਂ, ਜਿਸ ਵਿੱਚ ਦਮਾ ਕੀ ਹੈ, ਦਮਾ ਕਿੰਨੇ ਤਰ੍ਹਾਂ ਦਾ ਹੈ, ਦਮੇ ਦਾ ਕਾਰਨ, ਦਮੇ ਦਾ ਇਲਾਜ
ਅਤੇ ਬਚਾਓ ਦੇ ਤਰੀਕੇ ਹੋਣਗੇ। ਤੁਸੀਂ DVD ਨੂੰ ਵੇਖ ਕੇ ਆਪਣੇ ਬੱਚਿਆਂ ਦਾ ਇਲਾਜ ਆਪ ਕਰ ਸਕੋਗੇ। ਇਸ ਤੋਂ ਬਾਅਦ ਹੋਰ ਵੀ DVD ਬਣਾਈਆਂ ਜਾਣਗੀਆਂ। ਮਨੁੱਖੀ ਇਮਿਊਨ ਸਿਸਟਮ ਉੱਤੇ DVD ਬਣਾਈ ਜਾਵੇਗੀ। ਇਸ DVD ਵਿੱਚ ਜਾਨਵਰਾਂ ਦੀ ਮੂਵੀ ਇਸ ਲਈ ਦਿਖਾਈ ਗਈ ਹੈ ਕਿ ਜੇਕਰ 84 ਲੱਖ ਜੀਵਾਂ ਵਿੱਚੋਂ ਮਨੁੱਖ ਨੂੰ ਛੱਡ ਕੇ ਬਾਕੀ ਸਾਰੇ ਜੀਵ ਬਿਨਾਂ ਕਿਸੇ ਹੈਲਥ ਕੇਅਰ ਸਿਸਟਮ ਤੋਂ ਤੰਦਰੁਸਤ ਰਹਿ ਸਕਦੇ ਹਨ ਤਾਂ ਇਨਸਾਨ ਕਿਉਂ ਨਹੀਂ। ਸਿੱਖ ਪੈਥੀ ਦੀ ਡਾਕਟਰੀ ਦਾ ਤਰੀਕਾ ਕੁਦਰਤੀ ਹੈ, ਕਿਉਂਕਿ ਜਿਨ੍ਹਾਂ ਬਿਮਾਰੀਆਂ ਦੇ ਜਰਮ ਨਹੀਂ ਹੁੰਦੇ ਉਹ ਕੰਡੀਸ਼ਨਸ ਹੁੰਦੀਆਂ ਹਨ, ਜੋ ਕਿ ਬਿਮਾਰੀ ਨਹੀਂ ਸਗੋਂ ਬਿਮਾਰੀ ਦਾ ਸੰਕੇਤ ਹੁੰਦਾ ਹੈ ਕਿ ਕੋਈ ਖਰਾਬੀ ਹੈ, ਉਸ ਨੂੰ ਠੀਕ ਕਰ ਲਵੋ। ਜਦੋਂ ਸਰੀਰ ਵਿੱਚ ਕੋਈ ਅਨਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਹੈ, ਆਦਮੀ ਠੀਕ ਮਹਿਸੂਸ ਨਹੀਂ ਕਰਦਾ। ਜਦੋਂ ਤੁਸੀਂ ਡਾਕਟਰ ਨੂੰ ਬਿਮਾਰੀ ਬਾਰੇ ਦੱਸਦੇ ਹੋ ਤਾਂ ਟੈਸਟ ਕਰਨ ਤੋਂ ਬਾਅਦ ਨਿਕਲਦਾ ਕੁਝ ਨਹੀਂ। ਪਹਿਲੀ ਸਟੇਜ ਉੱਤੇ ਬਿਮਾਰੀ ਦਾ ਪਤਾ ਨਹੀਂ ਚੱਲਦਾ। ਲੰਮੇ ਸਮੇਂ ਤੱਕ ਕਾਰਨ ਪਤਾ ਨਾ ਲੱਗਣ ਕਰਕੇ ਜਦੋਂ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਉਦੋਂ ਤੱਕ ਕਾਫੀ ਡੈਮੇਜ ਹੋ ਚੁੱਕਿਆ ਹੁੰਦਾ ਹੈ ਤੇ ਟੈਸਟਾਂ ਵਿੱਚ ਆਉਣ ਲੱਗ ਜਾਂਦੀ ਹੈ। ਫਿਰ ਬਿਮਾਰੀ ਠੀਕ ਕਰਨੀ ਮੁਸ਼ਕਲ ਹੋ ਜਾਂਦੀ ਹੈ। ਪਹਿਲੀ ਸਟੇਜ ਤੇ ਬਿਮਾਰੀ ਨੂੰ ਸਮਝਣ ਲਈ ਕੁਦਰਤ ਦੇ ਨਿਯਮਾਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੀ ਅੱਜਕੱਲ੍ਹ ਪਰਵਾਹ ਨਹੀਂ ਕੀਤੀ ਜਾਂਦੀ। ਉਹ ਨਿਯਮ ਇਹ ਹਨ: ਮੌਸਮ ਗਰਮ, ਠੰਡਾ, ਤਰ, ਖੁਸ਼ਕ। ਖੁਰਾਕ ਗਰਮ, ਠੰਡੀ, ਤਰ, ਖੁਸ਼ਕ। ਸਰੀਰ ਗਰਮ ਤਸੀਰ, ਠੰਡੀ ਤਸੀਰ, ਖੁਸ਼ਕ ਤਸੀਰ। ਇਹ ਤੱਤ ਇਨਸਾਨ ਦੀ ਉਮਰ ਅਤੇ ਮੌਸਮ ਦੇ ਨਾਲ ਬਦਲਦੇ ਰਹਿੰਦੇ ਹਨ, ਜੋ ਖੁਰਾਕ ਨਾਲ ਸਹੀ ਕਰਨੇ ਪੈਂਦੇ ਹਨ, ਜਿਸ ਨਾਲ ਬਿਮਾਰੀ ਠੀਕ ਹੋ ਜਾਂਦੀ ਹੈ। ਇਹਨਾਂ ਦੀ ਸਮਝ ਨਾ ਹੋਣ ਕਰਕੇ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ ਤੇ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ। ਜ਼ਿਆਦਾਤਰ ਬਿਮਾਰੀਆਂ ਪੇਟ ਦੀ ਖਰਾਬੀ ਤੋਂ ਹੀ ਹੁੰਦੀਆਂ ਹਨ। ਐਸਿਡਿਟੀ ਅਤੇ ਕਬਜ਼ ਜ਼ਿਆਦਾਤਰ ਬਿਮਾਰੀਆਂ ਦੀ ਮਾਂ ਹੈ। ਪਾਚਨ ਸ਼ਕਤੀ ਨੂੰ ਠੀਕ ਰੱਖਣ ਲਈ ਖੁਰਾਕ ਦਾ ਗਿਆਨ ਹੋਣਾ ਅਤੀ ਜ਼ਰੂਰੀ ਹੈ, ਕਿਉਂਕਿ ਸਾਇੰਸ ਨੇ ਅੱਜ ਕੱਲ੍ਹ ਇਤਨੀ ਤਰੱਕੀ ਕਰ ਲਈ ਹੈ ਕਿ ਫ੍ਰਿਜ, ਫਰੀਜ਼ਰ ਖੁਰਾਕ ਨੂੰ ਦੁਨੀਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਬੇਮੌਸਮੀ ਭਾਵ ਗਰਮ ਮੌਸਮ ਦੀ ਖੁਰਾਕ ਠੰਡੇ ਦੇਸ਼ਾਂ ਵਿੱਚ ਵਰਤਣ ਨਾਲ ਪਾਚਨ ਸ਼ਕਤੀ ਖਰਾਬ ਹੁੰਦੀ ਹੈ। ਖੁਰਾਕ ਦਾ ਸਰੀਰ ਉੱਤੇ ਬੜਾ ਅਹਿਮ ਰੋਲ ਹੈ। ਹਰ ਇੱਕ ਖੁਰਾਕ ਵਿੱਚ ਕੈਲੋਰੀਆਂ ਤਾਂ ਹਨ, ਪਰ ਉਹਨਾਂ ਦੀ ਤਸੀਰ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਮੈਂ ਸਿੱਖ ਪੈਥੀ ਦੇ ਤਰੀਕੇ ਨਾਲ ਬਹੁਤ ਮਰੀਜ਼ ਠੀਕ ਕਰ ਚੁੱਕਿਆ ਹਾਂ। 2, 4, 10 ਅਤੇ 15 ਸਾਲ ਤੱਕ ਦੀ ਪੁਰਾਣੀ ਬਿਮਾਰੀ ਦੇ ਦੁਖੀ ਮਰੀਜ਼ਾਂ ਨੂੰ 2-4 ਹਫ਼ਤਿਆਂ ਵਿੱਚ ਠੀਕ ਕਰਕੇ ਦੇਖਿਆ ਹੈ। ਹੁਣ ਦੂਰ ਦੂਰ ਤੋਂ ਕਾਲਾਂ ਅਤੇ ਮਰੀਜ਼ ਆਉਂਦੇ ਹਨ, ਜਿਸ ਕਰਕੇ ਮਨ ਵਿੱਚ ਆਇਆ ਕਿ DVD ਬਣਾਈਆਂ ਜਾਣ। ਪਹਿਲਾਂ ਕਿਤਾਬ ਲਿਖਣ ਦਾ ਵਿਚਾਰ ਸੀ, ਪਰ ਆਮ ਬੰਦੇ ਕੋਲ ਅੱਜ ਕੱਲ੍ਹ ਕਿਤਾਬ ਪੜ੍ਹਨ ਦਾ ਸਮਾਂ ਨਹੀਂ। ਤੁਸੀਂ DVD ਦੇਖ ਕੇ ਆਪਣੇ ਬੱਚਿਆਂ ਦੇ ਦਮੇ ਦਾ ਇਲਾਜ ਆਪ ਕਰ ਸਕੋਗੇ। ਅਗਰ ਤੁਹਾਨੂੰ ਮੂਵੀ ਪਹਿਲੀ ਵਾਰ ਵੇਖ ਕੇ ਸਮਝ ਨਹੀਂ ਆਈ ਤਾਂ ਮੁੜ ਮੁੜ ਕੇ ਦੇਖੋ। ਜੋ ਕੁਝ ਦੱਸਿਆ ਗਿਆ ਹੈ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰੋ। ਹੋਰ ਕਿਸੇ ਵੀ ਸਿਸਟਮ ਦੀ ਸੋਚ ਨੂੰ ਸਿੱਖ ਪੈਥੀ ਨਾਲ ਨਾ ਜੋੜੋ। ਇਸ ਬਿਮਾਰੀ ਲਈ ਕੋਈ ਦਵਾਈ ਨਹੀਂ ਦੱਸੀ ਜਾਵੇਗੀ। ਇਸ ਦਾ ਇਲਾਜ ਖੁਰਾਕ, ਪਰਹੇਜ਼ ਅਤੇ ਜੀਵਨ ਜਾਂਚ ਹੈ। ਜੇਕਰ ਬਿਮਾਰੀ ਹੋ ਜਾਵੇ ਤਾਂ ਦੱਸੇ ਤਰੀਕੇ ਨੂੰ ਵਰਤ ਕੇ ਇਲਾਜ ਕਰ ਸਕਦੇ। ਇਸ ਤਰੀਕੇ ਨੂੰ ਬਚਪਨ ਤੋਂ ਜੀਵਨ ਵਿੱਚ ਅਪਣਾਉਣ ਨਾਲ ਬੱਚੇ ਨੂੰ ਕਦੇ ਦਮਾ ਹੋ ਹੀ ਨਹੀਂ ਸਕਦਾ। ਆਪਣੇ ਬੱਚਿਆਂ ਨਾਲ ਇਸ ਸਿਸਟਮ ਦੀ ਗੱਲ ਘਰ ਵਿੱਚ ਆਮ ਕਰਦੇ ਰਹੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਤੇ ਸਿੱਧ ਤੰਦਰੁਸਤ ਰਹਿ ਸਕਣ। ਇਹ ਮੇਰਾ 26 ਸਾਲ ਦਾ ਪ੍ਰੈਕਟੀਕਲ ਤਜਰਬਾ ਹੈ, ਜੋ ਮੈਂ ਆਪਣੇ 3 ਬੱਚਿਆਂ ਉੱਤੇ ਕੀਤਾ ਹੈ। ਬੇਨਤੀ ਹੈ ਕਿ DVD ਓਰੀਜਨਲ ਖਰੀਦੋ। ਇੱਕ ਨਵਾਂ ਸਿਸਟਮ ਬਣਾਉਣਾ ਹੈ, ਜਿਸ ਲਈ ਸਭਨਾਂ ਦੀ ਸਹਾਇਤਾ ਦੀ ਲੋੜ ਹੈ। ਕਾਪੀ ਨਾ ਕਰੋ, ਸਭ ਨੂੰ ਅਸਲੀ ਖਰੀਦਣ ਲਈ ਪ੍ਰੇਰੋ। ਇਸ ਨਾਲ ਆਪ ਜੀ ਦਾ ਯੋਗਦਾਨ ਇਸ ਸ਼ੁਭ ਕਾਰਜ ਵਿੱਚ ਪਵੇਗਾ। ਬੱਚੇ ਦੇ ਠੀਕ ਹੋਣ ਉੱਤੇ ਈਮੇਲ ਜਾਂ ਚਿੱਠੀ ਜ਼ਰੂਰ ਲਿਖੋ। ਦਮੇ ਦੀ ਪਰਿਭਾਸ਼ਾ ਅਤੇ ਕਾਰਨ। ਦਮੇ ਦਾ ਮਤਲਬ ਹੈ ਛੇਤੀ ਛੇਤੀ ਸਾਹ ਲੈਣਾ ਜਾਂ ਸਾਹ ਚੜ੍ਹਨ ਨੂੰ ਦਮਾ ਕਹਿੰਦੇ ਹਨ। ਦਮਾ ਕੀ ਹੈ? ਦਮਾ ਇੱਕ ਕੰਡੀਸ਼ਨ ਹੈ, ਬਿਮਾਰੀ ਨਹੀਂ। ਬਿਮਾਰੀ ਦੇ ਜਰਮ ਹੁੰਦੇ ਹਨ ਅਤੇ ਕੰਡੀਸ਼ਨ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ ਹਨ, ਜਿਵੇਂ ਗਰਮੀ, ਸਰਦੀ, ਤੱਤਾ, ਠੰਡਾ, ਤਕੜਾ, ਕਮਜ਼ੋਰ। ਸਰੀਰ ਦੀ ਕੰਡੀਸ਼ਨ ਬਦਲਣ ਦੇ ਨਾਲ ਬਿਮਾਰੀਆਂ ਬਣਦੀਆਂ ਹਨ।
ਦਮਾ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਦਮਾ ਦੋ ਤਰ੍ਹਾਂ ਦਾ ਹੁੰਦਾ ਹੈ, ਬੱਚਿਆਂ ਦਾ ਅਤੇ ਬਜ਼ੁਰਗਾਂ ਦਾ। ਦੋਵਾਂ ਦੇ ਸਿੰਪਟਮ ਤਾਂ ਇੱਕੋ ਜਿਹੇ ਹਨ, ਪਰ ਕਾਰਨ ਅਤੇ ਠੀਕ ਕਰਨ ਦਾ ਤਰੀਕਾ ਵੱਖਰਾ ਹੈ। ਮੈਂ ਇਸ DVD ਵਿੱਚ ਬੱਚਿਆਂ ਦੇ ਇਲਾਜ ਬਾਰੇ ਦੱਸਾਂਗਾ। ਬਜ਼ੁਰਗਾਂ ਲਈ DVD ਅਲੱਗ ਬਣਾਈ ਜਾਵੇਗੀ। ਦਮੇ ਦੇ ਕਾਰਨ, ਅੰਦਰੂਨੀ ਅਤੇ ਬਾਹਰੀ। ਅੰਦਰੂਨੀ ਕਾਰਨ, ਦਮੇ ਦਾ ਮੁੱਖ ਕਾਰਨ ਕਮਜ਼ੋਰੀ ਹੈ। ਕਮਜ਼ੋਰੀ ਕਾਰਨ ਛਾਤੀ ਵਿੱਚ ਅਕੜਾ ਆ ਜਾਂਦਾ ਹੈ, ਜਿਸ ਨਾਲ ਬੱਚਾ ਪੂਰਾ ਸਾਹ ਨਹੀਂ ਲੈ ਸਕਦਾ। ਅੱਧਾ ਸਾਹ ਲੈਣ ਨਾਲ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਸਰੀਰ ਦੀ ਬਣਤਰ ਦੇ ਹਿਸਾਬ ਨਾਲ ਫੇਫੜੇ ਹੁੰਦੇ ਹਨ। ਜੇਕਰ ਕਮਜ਼ੋਰੀ ਕਾਰਨ ਸਰੀਰ ਦੀ ਲਚਕਾਹਟ ਘੱਟ ਹੋਣ ਦੀ ਵਜ੍ਹਾ ਕਰਕੇ ਅੱਧਾ ਸਾਹ ਲੈਣ ਕਰਕੇ ਸਰੀਰ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਅਤੇ ਸਰੀਰ ਨੂੰ ਆਪਣੀ ਆਕਸੀਜਨ ਦੀ ਲੋੜ ਨੂੰ ਪੂਰਾ ਕਰਨ ਲਈ 2-3 ਸਾਹ ਲੈਣੇ ਪੈਂਦੇ ਹਨ, ਬਜਾਏ ਇੱਕ ਸਾਹ ਦੇ। ਆਕਸੀਜਨ ਇੱਕ ਤਾਕਤ ਹੈ ਜਿਸ ਤੋਂ ਬਿਨਾਂ ਜ਼ਿੰਦਾ ਨਹੀਂ ਰਿਹਾ ਜਾ ਸਕਦਾ। ਜਿਵੇਂ ਬਾਣੀ ਵਿੱਚ ਆਉਂਦਾ ਹੈ, ਫਬਨ ਗੁਰੂ ਪਾਣੀ ਪਿਤਾ। ਹਵਾ ਤੋਂ ਬਿਨਾਂ ਬਿਲਕੁਲ ਨਹੀਂ ਰਿਹਾ ਜਾ ਸਕਦਾ। ਪਾਣੀ ਤੋਂ ਬਿਨਾਂ 9 ਦਿਨ ਦੇ ਕਰੀਬ ਰਿਹਾ ਜਾ ਸਕਦਾ ਹੈ। ਦਮੇ ਦੀ ਕਮਜ਼ੋਰੀ ਨੂੰ ਸਮਝਣ ਵਾਸਤੇ ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ ਕਿ ਕਮਜ਼ੋਰੀ ਹੁੰਦੀ ਕਿਉਂ ਹੈ। ਬਚਪਨ ਤੋਂ ਬੁਢਾਪੇ ਤੱਕ ਪਾਚਨ ਸ਼ਕਤੀ ਕਿਸ ਤਰ੍ਹਾਂ ਹੁੰਦੀ ਹੈ। ਮੌਸਮ ਦੀ ਜਾਣਕਾਰੀ, ਜਿਵੇਂ ਗਰਮੀ ਸਰਦੀ ਵਿੱਚ ਪਾਚਨ ਸ਼ਕਤੀ ਕਿਸ ਤਰ੍ਹਾਂ ਹੁੰਦੀ ਹੈ। ਖੁਰਾਕ ਦੀ ਤਸੀਰ। ਖੁਰਾਕ ਦੀ ਤਸੀਰ ਜੋ ਆਦਮੀ ਦੇ ਸਰੀਰ ਨੂੰ ਠੀਕ ਰੱਖਦੀ ਹੈ, ਉਮਰ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। ਸਾਨੂੰ ਬਚਪਨ ਦੀ ਖੁਰਾਕ ਅਤੇ ਬੁਢਾਪੇ ਦੀ ਖੁਰਾਕ, ਸਰਦੀ ਦੀ ਖੁਰਾਕ ਅਤੇ ਗਰਮੀ ਦੀ ਖੁਰਾਕ ਦੀ ਸਮਝ ਹੋਣੀ ਜ਼ਰੂਰੀ ਹੈ। ਨੋਟ: ਸਾਨੂੰ ਖੁਰਾਕ ਬਾਰੇ ਪੜ੍ਹਨ ਲਿਖਣ ਦੀ ਲੋੜ ਇਸ ਲਈ ਹੈ ਕਿਉਂਕਿ ਅਸੀਂ ਕੁਦਰਤ ਦੇ ਨਿਯਮਾਂ ਦੀ ਇਤਨੀ ਉਲੰਘਣਾ ਕਰ ਦਿੱਤੀ ਹੈ ਕਿ ਮਨੁੱਖਤਾ ਨੂੰ ਆਪਣਾ ਆਧਾਰ ਭੁੱਲ ਗਿਆ ਹੈ। ਸਿੱਖ ਪੈਥੀ ਰਾਹੀਂ ਇਸ ਭੁੱਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਧਾਰਨ ਸ਼ਬਦਾਂ ਵਿੱਚ ਕਹਿ ਰਿਹਾ ਹਾਂ, ਬੱਚੇ ਦੀ ਬਚਪਨ ਵਿੱਚ ਪਾਚਨ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਕਿਉਂਕਿ ਬੱਚੇ ਨੇ ਵਧਣਾ ਫੁੱਲਣਾ ਹੁੰਦਾ ਹੈ, ਜ਼ਿਆਦਾ ਖੁਰਾਕ ਖਾਣੀ ਪੈਂਦੀ ਹੈ। ਪਾਚਨ ਸ਼ਕਤੀ ਦਾ ਮਤਲਬ ਹੈ ਕੈਮੀਕਲ ਅੱਗ। ਇਸ ਕੈਮੀਕਲ ਅੱਗ ਨੂੰ ਸਹੀ ਰੱਖਣ ਵਾਸਤੇ ਖੁਰਾਕ ਦਾ ਗਿਆਨ ਹੋਣਾ ਜ਼ਰੂਰੀ ਹੈ। ਸਹੀ ਖੁਰਾਕ ਖਾਣ ਨਾਲ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ। ਗਲਤ ਖੁਰਾਕ ਖਾਣ ਨਾਲ ਕੀ ਹੁੰਦਾ ਹੈ ਕਿ ਖਾਧੀ ਹੋਈ ਖੁਰਾਕ ਤਾਕਤ ਦੇਣ ਦੀ ਬਜਾਏ ਪਾਚਨ ਸ਼ਕਤੀ ਨੂੰ ਖਰਾਬ ਕਰਦੀ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਸਰੀਰ ਦੀ ਲਚਕਾਹਟ ਘਟ ਜਾਂਦੀ ਹੈ, ਜਿਸ ਨਾਲ ਦਮਾ ਜਨਮ ਲੈ ਲੈਂਦਾ ਹੈ। ਦਮੇ ਦੇ ਬਾਹਰੀ ਕਾਰਨ, ਗੰਦੀ ਜਗ੍ਹਾ ਉੱਤੇ ਰਹਿਣ ਨਾਲ, ਟੋਬਿਆਂ ਜਾਂ ਹੋਰ ਗੰਦੇ ਵਾਤਾਵਰਣ ਜਿਸ ਵਿੱਚ ਗੰਦੀ ਦੁਰਗੰਧ, ਪਸ਼ੂਆਂ ਦਾ ਮੁਸ਼ਕ, ਫੈਕਟਰੀਆਂ ਦੇ ਧੂਏ ਆਦਿ ਵਿੱਚ ਰਹਿਣ ਨਾਲ ਦਮਾ ਹੋ ਜਾਂਦਾ ਹੈ। ਸਲਾਬੀ ਜਗ੍ਹਾ ਰਹਿਣਾ, ਬੇਸਮੈਂਟ ਜਾਂ ਹੋਰ ਸਲਾਬੀਆਂ ਥਾਵਾਂ ਉੱਤੇ ਰਹਿਣ ਨਾਲ ਦਮਾ ਹੋ ਜਾਂਦਾ ਹੈ। ਉੱਚੀਆਂ ਬਿਲਡਿੰਗਾਂ ਅਤੇ ਪਹਾੜੀਆਂ 'ਤੇ ਰਹਿਣ ਨਾਲ, ਉੱਚੀਆਂ ਬਿਲਡਿੰਗਾਂ ਅਤੇ ਪਹਾੜੀਆਂ ਉੱਤੇ ਆਕਸੀਜਨ ਦੀ ਮਾਤਰਾ ਘੱਟ ਹੋਣ ਕਰਕੇ ਇਹ ਥਾਵਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਦਵਾਈਆਂ ਨਾਲ, ਜ਼ਿਆਦਾ ਦਵਾਈਆਂ ਵਰਤਣ ਨਾਲ ਉਹਨਾਂ ਦੇ ਸਾਈਡ ਇਫੈਕਟ ਹੋ ਜਾਂਦੇ ਹਨ, ਉਸ ਨਾਲ ਦਮਾ ਹੋ ਜਾਂਦਾ ਹੈ। ਮਾਂ-ਬਾਪ ਤੋਂ, ਜੇਕਰ ਮਾਂ-ਬਾਪ ਸਿਗਰਟ ਜਾਂ ਹੋਰ ਨਸ਼ੇ ਕਰਦੇ ਹੋਣ, ਉਸ ਨਾਲ ਬੱਚਿਆਂ ਨੂੰ ਦਮਾ ਹੋ ਸਕਦਾ ਹੈ। ਤਣਾਅ ਜਾਂ ਸਟ੍ਰੈਸ, ਤਣਾਅ ਦੀ ਸਥਿਤੀ ਕਰਕੇ ਸਰੀਰ ਦਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ, ਜਿਸ ਨਾਲ ਦਮਾ ਹੋ ਜਾਂਦਾ ਹੈ। ਦਮੇ ਦਾ ਇਲਾਜ, ਅੰਦਰੂਨੀ ਅਤੇ ਬਾਹਰੀ। ਅਸੀਂ ਕਾਰਨ ਵਿੱਚ ਦੱਸ ਆਏ ਹਾਂ ਕਿ ਦਮੇ ਦਾ ਕਾਰਨ ਕਮਜ਼ੋਰੀ ਹੈ। ਸਾਨੂੰ ਕਮਜ਼ੋਰੀ ਦਾ ਇਲਾਜ ਕਰਨ ਵਾਸਤੇ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਧਿਆਨ ਨਾਲ ਸਮਝਣਾ ਚਾਹੀਦਾ ਹੈ। ਅਸੀਂ ਕਾਰਨ ਵਾਲੇ ਭਾਗ ਵਿੱਚ ਬੱਚੇ ਦੀ ਤਸੀਰ ਦੀ ਗੱਲ ਕੀਤੀ ਸੀ। ਬੱਚੇ ਦੀ ਬਚਪਨ ਵਿੱਚ ਤਸੀਰ ਗਰਮ ਹੁੰਦੀ ਹੈ। ਬੱਚਿਆਂ ਨੂੰ ਗਰਮ ਤਸੀਰ ਵਾਲੀ ਖੁਰਾਕ ਨਹੀਂ ਦੇਣੀ ਚਾਹੀਦੀ। ਦਮੇ ਦਾ ਅੰਦਰੂਨੀ ਇਲਾਜ। ਇਲਾਜ ਦੱਸਣ ਤੋਂ ਪਹਿਲਾਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਬੱਚੇ ਦੀ ਉਮਰ, ਖੁਰਾਕ ਦਾ ਗਿਆਨ, ਮੌਸਮ ਦੀ ਜਾਣਕਾਰੀ। ਬੱਚੇ ਦੀ ਬਚਪਨ ਵਿੱਚ ਤਸੀਰ ਗਰਮ ਹੁੰਦੀ ਹੈ। ਉਮਰ ਦੇ ਨਾਲ ਨਾਲ ਤਸੀਰ ਬਦਲਣ ਲੱਗ ਜਾਂਦੀ ਹੈ। 20-25 ਸਾਲ ਦੀ ਉਮਰ ਵਿੱਚ ਕਾਫੀ ਬਦਲ ਜਾਂਦੀ ਹੈ। 20-25 ਸਾਲ ਤੱਕ ਸਰੀਰ ਪੂਰਾ ਵੱਧ ਫੁੱਲ ਜਾਂਦਾ ਹੈ। 15-16 ਸਾਲ ਦੀ ਉਮਰ ਤੱਕ ਸਰੀਰ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਹਨ। ਆਦਮੀ ਦੀ ਮਰਦਾਨਗੀ, ਦਾੜੀ ਮੁੱਛਾਂ, ਕੁੜੀਆਂ ਦੀਆਂ ਛਾਤੀਆਂ ਅਤੇ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ।
ਆਦਮੀ ਦੇ ਬਜਾਏ ਔਰਤ ਦਾ ਸਰੀਰ ਛੇਤੀ ਬਦਲਦਾ ਹੈ। ਆਦਮੀ ਦੀ ਸਹੀ ਬਿਲਡਅਪ 20-25 ਸਾਲ ਦੀ ਉਮਰ ਤੱਕ ਪੂਰੀ ਬਣ ਜਾਂਦੀ ਹੈ। ਇਹ ਸਭ ਕੁਝ ਦੱਸਣਾ ਜ਼ਰੂਰੀ ਹੈ ਕਿਉਂਕਿ ਮਾਂ-ਬਾਪ ਨੂੰ ਇਹਨਾਂ ਗੱਲਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਸਮਝਾ ਸਕਣ। ਬੱਚੇ ਨੂੰ ਠੰਡੀ ਤਸੀਰ ਤੇ ਜ਼ਿਆਦਾ ਤਾਕਤ ਵਾਲੀ ਖੁਰਾਕ ਦੇਣੀ ਚਾਹੀਦੀ ਹੈ ਕਿਉਂਕਿ ਬੱਚੇ ਦੇ ਪਾਚਨ ਤੱਤ ਬਹੁਤ ਤੇਜ਼ ਹੁੰਦੇ ਹਨ। ਉਹਨਾਂ ਨੂੰ ਸਹੀ ਰੱਖਣ ਵਾਸਤੇ ਠੰਡੀ ਤਸੀਰ ਦੀ ਖੁਰਾਕ ਦੇਣੀ ਚਾਹੀਦੀ ਹੈ। ਇਸ ਨਾਲ ਬੱਚੇ ਦੀ ਭੁੱਖ ਪੂਰੀ ਰਹਿੰਦੀ ਹੈ, ਖਾਧੀ ਖੁਰਾਕ ਸਹੀ ਹਜਮ ਹੋ ਜਾਂਦੀ ਹੈ ਅਤੇ ਬੱਚੇ ਨੂੰ ਪੂਰੀ ਤਾਕਤ ਦਿੰਦੀ ਹੈ, ਸਰੀਰ ਪੂਰਾ ਵੱਧਦਾ ਫੁੱਲਦਾ ਹੈ। ਮਾਂ-ਬਾਪ ਜਾਂ ਹੋਰ ਸਿਸਟਮ ਜੋ ਪ੍ਰਚਲਿਤ ਹਨ ਉਹਨਾਂ ਨੂੰ ਤਸੀਰ ਦਾ ਗਿਆਨ ਨਾ ਹੋਣ ਕਾਰਨ ਦਮਾ ਹੋ ਜਾਂਦਾ ਹੈ। ਭਾਵ ਠੰਡੀ ਅਤੇ ਤਾਕਤ ਵਾਲੀ ਖੁਰਾਕ ਨਾਲ ਸਰੀਰ ਦੀ ਤਾਕਤ ਵੱਧਦੀ ਹੈ ਤੇ ਸਰੀਰ ਵਿੱਚ ਲਚਕਾਹਟ ਵੱਧਦੀ ਹੈ। ਕਸਰਤ ਕਰਨ ਵੇਲੇ ਬੱਚਾ ਪੂਰਾ ਸਾਹ ਲੈ ਸਕਦਾ ਹੈ। ਸਰੀਰ ਨੂੰ ਜਿਤਨੀ ਆਕਸੀਜਨ ਚਾਹੀਦੀ ਹੈ ਇੱਕੋ ਸਾਹ ਵਿੱਚ ਪੂਰੀ ਤਰ੍ਹਾਂ ਮਿਲ ਜਾਂਦੀ ਹੈ। ਬਹੁਤੇ ਸਾਹ ਨਹੀਂ ਲੈਣੇ ਪੈਂਦੇ। ਕਈ ਸਿਸਟਮ ਇਹ ਕਹਿੰਦੇ ਹਨ ਕਿ ਮੂੰਗਫਲੀ, ਫਲ, ਸਬਜ਼ੀਆਂ ਜਾਂ ਫੁੱਲ, ਪਰਫਿਊਮ ਜਾਨਵਰਾਂ ਦੀ ਮੁਸ਼ਕ ਅਤੇ ਵਾਲਾਂ ਤੋਂ ਦਮਾ ਛਿੜ ਜਾਂਦਾ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਦਮਾ ਇਹਨਾਂ ਚੀਜ਼ਾਂ ਨਾਲ ਹੁੰਦਾ ਹੈ ਅਤੇ ਇਹਨਾਂ ਕਾਰਨਾਂ ਕਰਕੇ ਹੀ ਅਟੈਕ ਹੁੰਦਾ ਹੈ। ਬਹੁਤੇ ਸਿਸਟਮਾਂ ਨੂੰ ਦਮੇ ਦਾ ਕਾਰਨ ਤਾਂ ਪਤਾ ਨਹੀਂ, ਉਹਨਾਂ ਨੂੰ ਦਬਾਉਣਾ ਚਾਹੁੰਦੇ ਹਨ। ਫਲ ਸਬਜ਼ੀਆਂ ਤੋਂ ਦਮਾ ਇਸ ਲਈ ਛਿੜਦਾ ਹੈ, ਸਰੀਰ ਤੁਹਾਨੂੰ ਦੱਸਦਾ ਹੈ ਕਿ ਜੋ ਤੁਸੀਂ ਖਾ ਰਹੇ ਹੋ ਉਹ ਤੱਤ ਇਸ ਸਮੇਂ ਸਰੀਰ ਵਿੱਚ ਕਾਫੀ ਮੌਜੂਦ ਹਨ। ਸਰੀਰ ਉਸ ਖੁਰਾਕ ਨੂੰ ਪ੍ਰਵਾਨ ਨਹੀਂ ਕਰਦਾ। ਬਸ ਗੱਲ ਇੰਨੀ ਹੀ ਹੈ, ਕਿਸੇ ਟੈਸਟ ਵਿੱਚ ਭਾਵੇਂ ਆਵੇ ਜਾਂ ਨਾ ਆਵੇ, ਸਰੀਰ ਦੇ ਸੈਂਸਰ ਦੱਸ ਰਹੇ ਹਨ ਕਿ ਇਸ ਸਮੇਂ ਸਰੀਰ ਇਹ ਖੁਰਾਕ ਨਹੀਂ ਲੈਣਾ ਚਾਹੁੰਦਾ। ਆਉਣ ਵਾਲੇ ਸਮੇਂ ਵਿੱਚ ਤੁਹਾਡੀ ਤਸੀਰ ਬਦਲ ਜਾਣੀ ਹੈ। ਜੋ ਤੁਸੀਂ ਅੱਜ ਨਹੀਂ ਖਾ ਸਕਦੇ ਭਵਿੱਖ ਵਿੱਚ ਖਾ ਸਕੋਗੇ। ਫੁੱਲਾਂ, ਜਾਨਵਰਾਂ, ਪਰਫਿਊਮ, ਜਾਨਵਰਾਂ ਦੇ ਵਾਲ, ਠੰਡਾ ਮੌਸਮ ਆਦਿ ਤੋਂ ਦਮਾ ਹੋ ਜਾਂਦਾ ਹੈ। ਇਸ ਨਾਲ ਅਟੈਕ ਵੀ ਹੁੰਦੇ ਹਨ। ਅਟੈਕ ਦਾ ਕਾਰਨ ਹੈ ਇਮਿਊਨ ਸਿਸਟਮ ਦੀ ਖਰਾਬੀ। ਗਲਤ ਖੁਰਾਕ ਖਾਣ ਨਾਲ ਸਰੀਰ ਵਿੱਚ ਕਮਜ਼ੋਰੀ ਅਤੇ ਸਰੀਰ ਦਾ ਆਟੋਮੈਟਿਕ ਬੈਲੈਂਸ ਸਿਸਟਮ ਖਰਾਬ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਇਹਨਾਂ ਅਵਸਥਾਵਾਂ ਨੂੰ ਆਟੋਮੈਟਿਕਲੀ ਹੈਂਡਲ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਥੋੜ੍ਹੀ ਜਿਹੀ ਕਸਰਤ, ਸਮੈਲ, ਮੌਸਮ ਦੀ ਤਬਦੀਲੀ, ਤੱਤਾ, ਠੰਡਾ, ਅਣਚਾਹਤ ਖੁਰਾਕ ਖਾਣ ਨਾਲ ਦਮੇ ਦਾ ਅਟੈਕ ਹੋ ਜਾਂਦਾ ਹੈ। ਸਰੀਰ ਉਸ ਨੂੰ ਆਪਣੇ ਆਪ ਹੈਂਡਲ ਨਹੀਂ ਕਰ ਪਾਉਂਦਾ। ਇਹ ਦਮੇ ਦੀ ਐਮਰਜੈਂਸੀ ਹੈ। ਇਸ ਹਾਲਤ ਨੂੰ ਰੋਕਣ ਵਾਸਤੇ ਪਫ ਜਾਂ ਜੋ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਦਮੇ ਦਾ ਟੈਂਪਰੇਰੀ ਇਲਾਜ ਹੈ। ਪਫ ਦਮੇ ਦੇ ਅਟੈਕ ਦੇ ਸਿੰਪਟਮ ਨੂੰ ਦਬਾ ਦਿੰਦਾ ਹੈ, ਪੱਕਾ ਇਲਾਜ ਨਹੀਂ। ਇਹ ਸੀ ਦਮੇ ਦੀ ਅੰਦਰੂਨੀ ਇਲਾਜ ਦੀ ਵਿਆਖਿਆ। ਮੈਂ ਹੁਣ ਤੁਹਾਨੂੰ ਇਸ ਬਾਰੇ ਦੱਸਾਂਗਾ ਕਿ ਦਮੇ ਦੇ ਮਰੀਜ਼ ਨੂੰ ਕਿਹੜੀ ਖੁਰਾਕ ਖਾਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ। ਪੂਰੀ ਧਰਤੀ 'ਤੇ ਜੋ ਹੁੰਦਾ ਹੈ ਸਭ ਕੁਝ ਖਾਧਾ ਜਾ ਸਕਦਾ ਹੈ। ਸਾਰੀਆਂ ਖੁਰਾਕਾਂ ਦੀ ਤਸੀਰ ਦੱਸਣਾ ਮੇਰੇ ਲਈ ਅਸੰਭਵ ਹੈ। ਮੈਂ ਆਈਡੀਆਜ਼ ਦੇ ਦਿੱਤਾ ਹੈ ਅਤੇ ਕਾਫੀ ਦੇ ਨਾਮ ਵੀ ਲਿਖ ਰਿਹਾ ਹਾਂ। ਇਸ ਨਾਲ ਤੁਸੀਂ ਦਮਾ ਠੀਕ ਕਰ ਲਵੋਗੇ। ਬਚਪਨ ਵਿੱਚ ਇਹ ਖੁਰਾਕ ਦੇਣੀ ਚਾਹੀਦੀ ਹੈ। ਦੁੱਧ ਜਿਸ ਵਿੱਚੋਂ ਕੁਝ ਵੀ ਨਾ ਕੱਢਿਆ ਹੋਵੇ, ਮੱਖਣ, ਦਹੀਂ, ਲੱਸੀ, ਬਹੁਤ ਜ਼ਿਆਦਾ, ਕਣਕ ਦੀ ਰੋਟੀ, ਮੱਕੀ ਦੀ ਰੋਟੀ, ਚਾਵਲ, ਘੀਆ, ਕੱਦੂ, ਸਾਗ, ਆਲੂ, ਮਟਰ, ਭਿੰਡੀ, ਗੋਭੀ, ਬੰਦ ਗੋਭੀ, ਸ਼ਲਗਮ, ਮੂਲੀ, ਗਾਜਰਾਂ, ਟਮਾਟਰ, ਛੱਲੀਆਂ, ਲੈਟਸ, ਸੇਬ, ਸੰਗਤਰੇ, ਆੜੂ, ਨਾਖਾਂ, ਪਪੀਤਾ, ਤਰਬੂਜ, ਕੇਲੇ, ਅੰਗੂਰ, ਤਰਾਂ, ਖੀਰੇ, ਆਲੂ ਬੁਖਾਰੇ, ਲੀਚੀ, ਚੀਕੂ, ਅਨਾਰ ਆਦਿ ਦੇ ਨਾਲ ਦਮਾ ਠੀਕ ਵੀ ਹੋ ਜਾਂਦਾ ਹੈ ਅਤੇ ਪ੍ਰੀਵੈਂਟ ਵੀ ਹੋ ਜਾਂਦਾ ਹੈ। ਕਿਹੜੀ ਖੁਰਾਕ ਦਾ ਪਰਹੇਜ਼ ਕਰਨਾ ਚਾਹੀਦਾ? ਮੀਟ, ਮੱਛੀ, ਅੰਡਾ, ਮੂੰਗਫਲੀ, ਪੀਨਟ ਬਟਰ, ਸ਼ਹਿਦ, ਗਰਮ ਮਸਾਲੇ, ਕਾਜੂ, ਕਿਸ਼ਮਿਸ਼, ਪਿਸਤਾ, ਖੰਜੂਰਾਂ, ਕਰੇਲੇ, ਬੈਂਗਣ, ਜਿਮੀਕੰਦ, ਲਸਣ, ਅਦਰਕ, ਪਿਆਜ਼, ਮਸਰੀ ਦੀ ਦਾਲ, ਬੁੱਠਾਂ ਦੀ ਦਾਲ, ਆਈਸਕ੍ਰੀਮ, ਕੋਕ ਭਾਵ ਕੋਈ ਵੀ ਗਰਮ ਤਸੀਰ ਵਾਲੀ ਖੁਰਾਕ ਅਤੇ ਘੱਟ ਤਾਕਤ ਵਾਲੀ ਖੁਰਾਕ ਨਹੀਂ ਦੇਣੀ ਚਾਹੀਦੀ। ਤੇਲ ਵਿੱਚ ਬਣੀਆਂ ਚੀਜ਼ਾਂ ਨਾ ਵਰਤੋ। ਦਮੇ ਦਾ ਬਾਹਰੀ ਇਲਾਜ। ਗੰਦੀ ਜਗ੍ਹਾ 'ਤੇ ਨਾ ਰਹੋ। ਗੰਦੀ ਜਗ੍ਹਾ ਜਿਵੇਂ ਗੰਦੇ ਨਾਲੇ, ਟੋਭੇ,
ਫੈਕਟਰੀਆਂ ਜਿੱਥੇ ਬਹੁਤ ਧੂਆਂ ਜਾਂ ਪ੍ਰਦੂਸ਼ਣ ਹੋਵੇ ਨਹੀਂ ਰਹਿਣਾ ਚਾਹੀਦਾ, ਜੋ ਸਿਹਤ ਲਈ ਹਾਨੀਕਾਰਕ ਹਨ। ਬੇਸਮੈਂਟ ਜਾਂ ਸਲਾਬੀ ਜਗ੍ਹਾ 'ਤੇ ਨਾ ਰਹੋ। ਬੇਸਮੈਂਟ ਜਾਂ ਸਲਾਬੀ ਜਗ੍ਹਾ ਰਹਿਣ ਨਾਲ ਫੇਫੜਿਆਂ ਨੂੰ ਹਾਨੀ ਹੁੰਦੀ ਹੈ। ਉੱਚੀਆਂ ਬਿਲਡਿੰਗਾਂ ਜਾਂ ਉੱਚੀਆਂ ਪਹਾੜੀਆਂ 'ਤੇ ਨਾ ਰਹੋ। ਐਸੀਆਂ ਜਗ੍ਹਾ ਉੱਤੇ ਆਕਸੀਜਨ ਘੱਟ ਹੁੰਦੀ ਹੈ, ਜੋ ਸਿਹਤ ਲਈ ਠੀਕ ਨਹੀਂ। ਮਾਂ-ਬਾਪ ਨੂੰ ਸਿਗਰਟਾਂ ਜਾਂ ਨਸ਼ੀਲੇ ਪਦਾਰਥ ਨਹੀਂ ਵਰਤਣੇ ਚਾਹੀਦੇ। ਸਿਗਰਟ ਵਰਤਣ ਨਾਲ ਘਰ ਵਿੱਚ ਧੂਆਂ ਰਹਿੰਦਾ ਹੈ, ਜੋ ਬੱਚਿਆਂ ਨੂੰ ਸੈਕੰਡ ਹੈਂਡ ਸਮੋਕ ਦਾ ਸਾਹ ਲੈਣ ਨਾਲ ਦਮਾ ਹੋ ਜਾਂਦਾ ਹੈ। ਜ਼ਿਆਦਾ ਦਵਾਈਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਸਾਈਡ ਇਫੈਕਟ ਹੁੰਦੇ ਹਨ। ਛੋਟੀ ਤਕਲੀਫ ਕਰਕੇ ਦਵਾਈ ਨਹੀਂ ਲੈਣੀ ਚਾਹੀਦੀ। ਕੁਦਰਤ ਨੇ ਸਰੀਰ ਨੂੰ ਠੀਕ ਰੱਖਣ ਲਈ ਸਭ ਕੁਝ ਅੰਦਰ ਪਾਇਆ ਹੋਇਆ ਹੈ। ਠੀਕ ਹੋਣ ਲਈ ਸਮਾਂ ਦੇਣਾ ਚਾਹੀਦਾ ਹੈ। ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ। ਤਣਾਅ ਜਾਂ ਸਟ੍ਰੈਸ। ਜ਼ਿਆਦਾ ਤਣਾਅ ਦੀ ਸਥਿਤੀ ਕਰਕੇ ਮਾਨਸਿਕ ਰੋਗ ਲੱਗ ਜਾਂਦੇ ਹਨ, ਜੋ ਬਾਅਦ ਵਿੱਚ ਸਰੀਰਕ ਰੋਗ ਬਣ ਜਾਂਦੇ ਹਨ। ਦਮਾ ਉਹਨਾਂ ਵਿੱਚੋਂ ਇੱਕ ਹੈ। ਤਣਾਅ ਨੂੰ ਸਹੀ ਰੱਖਣ ਵਾਸਤੇ ਪਾਠ ਅਤੇ ਸਦਾਚਾਰਕ ਜੀਵਨ ਅਪਣਾਉਣਾ ਚਾਹੀਦਾ ਹੈ। ਅੰਤ ਵਿੱਚ ਮੈਂ ਦੇਖਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਮੈਂ ਦਮੇ ਦੇ ਕਾਰਨ ਤੇ ਇਲਾਜ ਬਾਰੇ ਦੱਸਿਆ ਹੈ, ਪੂਰਨ ਕੁਦਰਤੀ ਹੈ। ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਜਾਂ ਦਵਾਈ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮਨੁੱਖਤਾ ਨੂੰ ਕੁਦਰਤ ਵੱਲੋਂ ਜੋ ਬਖਸ਼ਿਸ਼ਾਂ ਮਿਲੀਆਂ ਹਨ, ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਸ DVD ਨੂੰ ਵੇਖ ਕੇ ਤੇ ਵਰਤਣ ਤੋਂ ਬਾਅਦ ਜੇਕਰ ਇਲਾਜ ਠੀਕ ਨਹੀਂ ਹੋ ਰਿਹਾ ਤਾਂ ਸਮਝ ਲਵੋ ਕਿ ਬੱਚੇ ਨੂੰ ਕੋਈ ਹੋਰ ਵੀ ਮੁਸ਼ਕਲ ਹੋ ਸਕਦੀ ਹੈ। ਉਸ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਇਸ DVD ਵਿੱਚ ਦਮੇ ਦੇ ਆਮ ਸਧਾਰਨ ਇਲਾਜ ਦੀ ਵਿਆਖਿਆ ਕੀਤੀ ਹੈ। ਸਪੈਸ਼ਲ ਕੇਸਾਂ ਵਾਸਤੇ ਕਾਫੀ ਲੰਬੀ ਅਤੇ ਮਾਹਰ ਰਾਏ ਦੀ ਲੋੜ ਹੁੰਦੀ ਹੈ, ਜੋ ਜ਼ਿਆਦਾਤਰ ਕੇਸਾਂ ਵਿੱਚ ਆਪ ਕਰਨੀ ਸੰਭਵ ਨਹੀਂ ਹੁੰਦੀ। ਆਉਣ ਵਾਲੇ ਸਮੇਂ ਵਿੱਚ ਇਹ ਕਮੀ ਵੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਿੱਖ ਪੈਥੀ ਵਿੱਚ ਹਰ ਇੱਕ ਚੀਜ਼ ਨੂੰ ਸਮਝ ਕੇ, ਘੋਖ ਕੇ ਅਤੇ ਅਜਮਾ ਕੇ ਇਹ DVD ਬਣਾਈ ਗਈ ਹੈ, ਕਿਉਂਕਿ ਸਿੱਖ ਪੈਥੀ ਨੇ ਇਮਿਊਨ ਸਿਸਟਮ ਉੱਤੇ ਖੋਜ ਕੀਤੀ ਹੈ। ਇਸ ਨਾਲ ਤੁਸੀਂ ਬਿਮਾਰੀ ਦਾ ਕਾਰਨ ਲੱਭ ਕੇ ਇਲਾਜ ਕਰ ਸਕਦੇ ਹੋ। ਜੇਕਰ ਤੁਹਾਨੂੰ ਬਿਮਾਰੀ ਦਾ ਕਾਰਨ ਪਤਾ ਹੈ ਤਾਂ ਤੁਸੀਂ ਇਸ ਨੂੰ ਰੋਕਣ ਦਾ ਉਪਾਅ ਕਰ ਸਕਦੇ ਹੋ। ਸਿੱਖ ਪੈਥੀ ਦਾ ਅਸਲੀ ਮਕਸਦ ਹੈ ਬਿਮਾਰੀ ਤੋਂ ਬਚਾਓ। ਅਗਰ ਆਪ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਹਰ ਸੰਭਵ ਤਰੀਕੇ ਤੁਹਾਡੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਮੇਰੀ ਪਹਿਲੀ DVD ਹੈ। ਇਸ ਵਿੱਚ ਸੁਧਾਰ ਕਰਨ ਲਈ ਜੇਕਰ ਆਪ ਜੀ ਕੋਲ ਕੋਈ ਸੁਝਾਅ ਹੋਣ ਤਾਂ ਜ਼ਰੂਰ ਮੇਰੇ ਨਾਲ ਸਾਂਝੇ ਕਰਕੇ ਧੰਨਵਾਦੀ ਬਣਾਓ। ਆਉਣ ਵਾਲੇ ਸਮੇਂ ਵਿੱਚ ਹੋਰ ਬਿਮਾਰੀਆਂ ਉੱਤੇ DVD ਬਣਾਈਆਂ ਜਾਣਗੀਆਂ। ਬੇਨਤੀ ਹੈ ਕਿ ਅਸਲੀ DVD ਖਰੀਦੋ ਅਤੇ ਹੋਰਾਂ ਨੂੰ ਅਸਲੀ DVD ਖਰੀਦਣ ਲਈ ਪ੍ਰੇਰੋ। ਇਸ ਨਾਲ ਆਪ ਸਭ ਦਾ ਯੋਗਦਾਨ ਇਸ ਸ਼ੁਭ ਕਾਰਜ ਵਿੱਚ ਪਵੇਗਾ। ਇਹ DVD ਆਉਣ ਵਾਲੀਆਂ ਪੀੜ੍ਹੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।